ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਆਪ ਦਾ ਅੱਜ ਦੇ ਇਸ ਦਿਨ ਵਿੱਚ ਵਚਨ ਦੇ ਅਧਿਐਨ ਦੇ ਇਸ ਸਭਾ ਦੇ ਵਿੱਚ ਆਪ ਦਾ ਸਵਾਗਤ ਕਰਦਾ ਹਾਂ। ਅਸੀਂ ਅੱਜ ਦੇ ਵਚਨ ਨੂੰ ਪੜ੍ਹਨ ਤੋਂ ਪਹਿਲਾਂ ਅਤੇ ਸਿੱਖਣ ਤੋਂ ਪਹਿਲਾਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਅਤੇ ਕਿਰਪਾਲੂ ਮਿਹਰਬਾਨ ਪ੍ਰਭੂ ਪਰਮੇਸ਼ਰ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਹੈ। ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ। ਤੂੰ ਨਾ ਤਾਂ ਸਾਨੂੰ ਕਦੇ ਛੱਡਦਾ, ਨਾ ਕਦੇ ਤਿਆਗਦਾ, ਹਮੇਸ਼ਾ ਸਾਡੇ ਨਾਲ ਵਫਾਦਾਰ ਰਹਿੰਦਾ ਹੈ ਅਤੇ ਆਪਣੀ ਭਲਾਈ ਸਾਡੇ ਉੱਤੇ ਪ੍ਰਗਟ ਕਰਦਾ ਹੈ। ਜਿੰਨੇ ਵੀ ਅੱਜ ਤੇਰੇ ਵਚਨ ਨੂੰ ਸੁਣਦੇ ਨੇ, ਉਹਨਾਂ ਨੂੰ ਸਮਝਣ ਦੇ ਲਈ ਬੁੱਧ ਗਿਆਨ ਅਤੇ ਸਮਝ ਦੇ, ਤਾਂ ਕਿ ਉਹ ਤੇਰੇ ਇਸ ਵਚਨ ਨੂੰ ਸੁਣ ਕੇ ਤੇਰੀ ਪਵਿੱਤਰਤਾ ਦੇ ਵਿੱਚ, ਤੇਰੀ ਸੱਚਾਈ ਦੇ ਵਿੱਚ ਅਤੇ ਤੇਰੇ ਪ੍ਰੇਮ ਦੇ ਵਿੱਚ ਜੀਵਨ ਬਤੀਤ ਕਰ ਸਕਣ। ਅਜਿਹਾ ਹੋਣ ਤੇਰੇ ਲਈ ਮੰਗਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਚਨ ਲਿਆ ਹੈ ਉਹ ਯਬੂ 1 ਅਧਿਆਇ ਉਸ ਦਾ 1 ਅਤੇ 2 ਆਇਤ ਵਿੱਚੋਂ ਲਿਆ ਹੈ। ਇੱਥੇ ਲਿਖਿਆ ਹੈ, ਕਿਆ ਹੀ ਧन्य ਹੈ ਉਹ ਪੁਰਖ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ ਅਤੇ ਨਾ ਹੀ ਪਾਪੀਆਂ ਦੇ ਰਾਹ ਵਿੱਚ ਖੜਾ ਹੁੰਦਾ ਹੈ ਅਤੇ ਨਾ ਠੱਠਾ ਕਰਨ ਵਾਲਿਆਂ ਦੀ ਮੰਡਲੀ ਵਿੱਚ ਬਹਿੰਦਾ ਹੈ, ਪਰ ਉਹ ਤਾਂ ਯਹੋਵਾ ਦੀ ਸ਼ਰ੍ਹਾ ਤੋਂ ਪ੍ਰਸੰਨ ਰਹਿੰਦਾ ਹੈ ਅਤੇ ਉਸ ਦੀ ਸ਼ਰ੍ਹਾ ਉੱਤੇ ਦਿਨ ਰਾਤ ਧਿਆਨ ਕਰਦਾ ਰਹਿੰਦਾ ਹੈ। ਪਿਆਰੇ ਅਜ਼ੀਜ਼, ਇਹ ਜੋ ਵਚਨ ਹੈ, ਇਸ ਵਚਨ ਦੇ ਵਿੱਚ ਮੈਂ ਜੋ ਵਿਸ਼ਾ ਲਿਆ ਹੈ ਉਹ ਹੈ ਪਵਿੱਤਰਤਾ ਅਤੇ ਸੱਚਾਈ ਅਤੇ ਪਿਆਰ, ਵਿਸ਼ਵਾਸੀ ਦੇ ਜੀਵਨ ਦਾ ਆਧਾਰ। ਪਵਿੱਤਰਤਾ ਅਤੇ ਪਿਆਰ ਅਤੇ ਸੱਚਾਈ ਵਿਸ਼ਵਾਸੀ ਦੇ ਜੀਵਨ ਦਾ ਆਧਾਰ ਇਸ ਵਚਨ ਦੇ ਵਿੱਚ ਅਸੀਂ ਵੇਖਾਂਗੇ। ਇਹ ਜਿਹੜਾ ਧਨ ਮਨੁੱਖ ਦੇ ਬਾਰੇ ਇੱਥੇ ਜ਼ਿਕਰ ਜੋ ਕੀਤਾ ਗਿਆ ਹੈ, ਇਹ ਸਾਡੇ ਪ੍ਰਭੂ ਯਿਸੂ ਮਸੀਹ ਦੇ ਚਰਿੱਤਰ ਨੂੰ ਪ੍ਰਗਟ ਕਰਦਾ ਹੈ। ਔਰ ਪ੍ਰਭੂ ਯਿਸੂ ਮਸੀਹ ਦਾ ਚਰਿੱਤਰ ਜਿਹੜਾ ਹੈ ਉਹ ਪਵਿੱਤਰ ਹੈ, ਸੱਚ ਦੇ ਨਾਲ ਭਰਪੂਰ ਹੈ ਅਤੇ ਪਿਆਰ ਦੀ ਭਰਪੂਰੀ ਜੋ ਨਾ ਕਦੇ ਖਤਮ ਹੋਣ ਵਾਲੀ ਆ ਉਸ ਦੇ ਵਿੱਚ ਨਜ਼ਰ ਆਉਂਦੀ ਹੈ ਅਤੇ ਉਹ ਸਾਡੇ ਜੀਵਨ ਦੇ ਵਿੱਚ ਕਿਰਿਆਸ਼ੀਲ ਹੁੰਦੀ ਹੈ ਜਦੋਂ ਅਸੀਂ ਵਿਸ਼ਵਾਸ ਦੇ ਵਿੱਚ ਹੁੰਦੇ। ਮੈਂ ਧਰਤੀ ਉੱਤੇ ਉਸ ਦੇ ਜੀਵਨ ਨੂੰ ਦੇਖਦੇ ਹਾਂ, ਅਸੀਂ ਸੰਪੂਰਨ ਮਨੁੱਖ ਨੂੰ ਵੇਖਦੇ ਹਾਂ। ਸੰਪੂਰਨ ਮਨੁੱਖ ਜੋ ਸੀ ਉਹ ਪ੍ਰਭੂ ਯਿਸੂ ਮਸੀਹ ਹੈ ਸੀ, ਔਰ ਧਰਤੀ ਤੇ ਉਹਦਾ ਜੀਵਨ ਜੋ ਆਪਣਾ ਬਤੀਤ ਹੁੰਦਿਆਂ ਵੇਖਦੇ ਹਾਂ ਉਹ ਬੜਾ ਹੀ ਅਦਭੁਤ ਹੈ। ਇੱਥੇ ਜੋ 3 ਗੱਲਾਂ ਲਿਖੀਆਂ ਗਈਆਂ ਨੇ, ਉਹ 3 ਗੱਲਾਂ ਪ੍ਰਭੂ ਯਿਸੂ ਮਸੀਹ ਦੇ ਜੀਵਨ ਨੂੰ ਹੀ ਪ੍ਰਗਟ ਕਰਦੀਆਂ। ਕਿਸੇ ਮਨੁੱਖ ਦੇ ਵਿੱਚ ਇਹ ਕਾਬਲੀਅਤ ਨਹੀਂ ਹੈ, ਪਰ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਦੇ ਹਾਂ ਤਾਂ ਇਹ ਕਾਬਲੀਅਤ ਸਾਡੇ ਵਿੱਚ ਆਉਂਦੀ ਹੈ ਅਤੇ ਸਾਡੇ ਵਿੱਚ ਉਹ ਗੱਲ ਪ੍ਰਗਟ ਹੋ ਜਾਂਦੀ ਹੈ। ਇਸੇ ਕਰਕੇ ਤਾਂ ਪੌਲਸ ਨੇ ਫਿਲਿੱਪੀਆਂ 2:5 ਦੇ ਵਿੱਚ ਕਿਹਾ, ਤੁਹਾਡਾ ਉਹ ਸੁਭਾਅ ਹੋਵੇ ਜੋ ਮਸੀਹ ਯਿਸੂ ਦਾ ਸੀ। ਇਹ ਬੜੀ ਸਾਫ਼ ਗੱਲ ਹੈ ਔਰ ਇਸ ਵਿੱਚ ਸਾਨੂੰ ਇਹ ਚੀਜ਼ਾਂ ਨਜ਼ਰ ਆਉਂਦੀਆਂ। ਔਰ ਜਿਹੜਾ ਅਸੀਂ ਇਸ ਸੰਪੂਰਨ ਮਨੁੱਖ ਨੂੰ ਦੇਖਦੇ ਹਾਂ, ਜਿਹੜਾ ਪਰਮੇਸ਼ਰ ਨੂੰ ਸਮਰਪਿਤ ਅਤੇ ਪਾਪੀਆਂ ਤੋਂ ਅਲੱਗ ਸੀ, ਉਸ ਦਾ ਜੀਵਨ ਪਾਪੀਆਂ ਵਰਗਾ ਨਹੀਂ ਸੀ ਪਰ ਪਾਪੀਆਂ ਤੋਂ ਅਲੱਗ ਸੀ। ਅਲੱਗ ਦਾ ਮਤਲਬ ਅਸੀਂ ਦੇਖ ਸਕਦੇ ਹਾਂ ਪਵਿੱਤਰਤਾ ਦਾ ਜੀਵਨ ਸੀ। ਕੋਈ ਵੀ ਉਸ ਉੱਤੇ ਦੋਸ਼ ਨਹੀਂ ਲਾ ਸਕਿਆ, ਕੋਈ ਵੀ ਉਸ ਦੇ ਉੱਤੇ ਦੋਸ਼ ਲਾਉਣ ਦਾ ਕਾਰਜ ਨਹੀਂ ਕਰ ਸਕਿਆ, ਕਿਉਂਕਿ 3 ਵਾਰ ਉਹਦਾ ਨਿਆਂ ਹੋਇਆ, 3 ਵਾਰ ਉਹ ਆਪਣਾ ਉਸ ਨਿਆਂ ਦੇ ਵਿੱਚੋਂ ਬਰੀ ਹੋਇਆ, ਭਾਵ ਉਹ ਪਵਿੱਤਰਤਾ ਦੇ ਵਿੱਚ ਰਿਹਾ। ਮੇਰੇ ਪਿਆਰੇ ਅਜ਼ੀਜ਼, ਇਹ ਬੜੀ ਸਾਫ਼ ਗੱਲ ਸਾਨੂੰ ਇੱਥੇ ਪਤਾ ਲੱਗਦੀ ਹੈ ਕਿ ਉਹ ਪਾਪੀਆਂ ਤੋਂ ਅਲੱਗ ਭਾਵ ਨਿਆਰਾ ਸੀ ਅਤੇ ਉਸ ਨੇ ਕਿਹਾ, ਮੇਰਾ ਭੋਜਨ ਇਹੋ ਹੈ ਕਿ ਮੈਂ ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ ਅਤੇ ਉਹਦੇ ਕੰਮ ਨੂੰ ਸੰਪੂਰਨ ਕਰਾਂ। ਇੱਥੇ ਪਹਿਲੀ ਗੱਲ ਦੇਖਦੇ, ਕਿਆ ਹੀ ਧਨ ਹੈ, ਕਿੰਨਾ ਹੀ ਧਨ ਹੈ ਉਹ ਮਨੁੱਖ ਜੋ ਦੁਸ਼ਟਾਂ ਦੀ ਯੁਕਤੀ ਉੱਤੇ ਨਹੀਂ ਚੱਲਦਾ। ਇੱਥੇ ਉਹ ਗੱਲ ਮੈਂ ਸਾਫ਼ ਦੇਖਦਾ। ਯਹੋਨਾ 4:34 ਦੇ ਵਿੱਚ ਲਿਖਿਆ ਹੈ, ਮੇਰਾ ਭੋਜਨ ਇਹੋ ਹੈ ਜੋ ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ ਅਤੇ ਉਹਦੇ ਕੰਮ ਨੂੰ ਸੰਪੂਰਨ ਕਰਾਂ।
ਸੰਪੂਰਨ ਕੀ ਸੰਪੂਰਨ ਕਰਨਾ ਚਾਹੁੰਦਾ ਸੀ? ਉਹ ਸੰਪੂਰਨ ਇਹ ਸੀ ਕਿਉਂਕਿ ਪਿਤਾ ਦਾ ਉਦੇਸ਼ ਸੀ ਪਾਪੀ ਮਨੁੱਖ ਨੂੰ ਬਚਾਉਣਾ ਅਤੇ ਨਿਆਂ ਤੋਂ ਛੁਡਾਉਣਾ। ਉਹ ਨਿਆਂ ਤੋਂ ਛੁਡਾਉਣ ਦੇ ਲਈ ਇੱਕ ਪਵਿੱਤਰ ਲੇਲੇ ਦੀ ਲੋੜ ਸੀ। ਉਹ ਲੇਲਾ ਜਿਹੜਾ ਮਨੁੱਖ ਹੈ ਸੀ, ਔਰ ਉਹ ਪਹਿਲਾਂ ਤੋਂ ਹੀ ਨਿਰਧਾਰਿਤ ਕਰ ਦਿੱਤਾ ਗਿਆ ਸੀ, ਉਹਦਾ ਵੱਧ ਕੀਤਾ ਜਾਵੇਗਾ, ਉਹਨੂੰ ਸੂਲੀ ਉੱਤੇ ਚਾੜ ਦਿੱਤਾ ਜਾਏਗਾ, ਉਸ ਤੋਂ ਬਾਅਦ ਉਸ ਨੂੰ ਦਫਨ ਕਰ ਦਿੱਤਾ ਜਾਏ ਅਤੇ ਤੀਸਰੇ ਦਿਨ ਉਹ ਜੀ ਉੱਠੇ। ਬਾਈਬਲ ਸਾਫ਼ ਰੀਤੀ ਨਾਲ ਦੱਸਦੀ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਪਰਮੇਸ਼ਰ ਦੇ ਹੁਕਮ ਨੂੰ ਕਾਲਵਰੀ ਕਰੂਸ ਦੇ ਅੰਤ ਤੱਕ ਪੂਰਾ ਕੀਤਾ, ਔਰ ਉਹਨੇ ਕਿਆ ਪੂਰਾ ਹੋਇਆ? ਮੇਰੇ ਪਿਆਰੇ ਅਸੀਸ, ਪ੍ਰਭੂ ਯਿਸੂ ਮਸੀਹ ਦੇ ਵਿੱਚ ਇਹ ਸੰਪੂਰਨਤਾ ਦਾ ਸੁਭਾਅ ਸਾਨੂੰ ਨਜ਼ਰ ਆਉਂਦਾ ਹੈ, ਜਿੱਥੇ ਉਹ ਕਹਿੰਦਾ ਹੈ ਕਿ ਉਹ ਪੁਰਖ ਜੋ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ। ਦੂਸਰੀ ਗੱਲ, ਉਹ ਮਖੌਲੀਆਂ ਦੀ ਜੁੰਡੀ ਵਿੱਚ ਨਹੀਂ ਬਹਿੰਦਾ। ਅੱਜ ਕਿਤੇ 4 ਯਾਰ ਇਕੱਠੇ ਹੋ ਜਾਣ ਜਾਂ 4 ਵਿਸ਼ਵਾਸੀ ਇਕੱਠੇ ਹੋ ਜਾਣ ਤਾਂ ਕੀ ਉਹਨਾਂ 'ਚ ਆਤਮਿਕਤਾ ਦੀ ਗੱਲ ਹੁੰਦੀ ਹੈ? ਕਿਸੇ ਦੀ ਚੁਗਲੀ ਦੀ ਗੱਲ ਸ਼ੁਰੂ ਹੋ ਜਾਂਦੀ ਹੈ, ਜਾਂ ਕਿਸੇ ਦੀ ਨਿੰਦਾ ਦੀ ਗੱਲ ਸ਼ੁਰੂ ਹੋ ਜਾਂਦੀ ਹੈ, ਜਾਂ ਕਿਸੇ ਭੈਣ ਭਰਾ ਦੇ ਚਰਿੱਤਰ ਦੇ ਬਾਰੇ ਗੱਲ ਸ਼ੁਰੂ ਹੋ ਜਾਂਦੀ ਹੈ, ਜਾਂ ਕਿਸੇ ਦੀ ਸੇਵਾ ਦੇ ਉੱਤੇ ਵਿਘਨ ਪਾਉਣ ਦੀ ਗੱਲ ਸ਼ੁਰੂ ਹੋ ਜਾਂਦੀ ਹੈ। ਇਹ ਗੱਲ ਜੋ ਬਾਈਬਲ ਦੇ ਆਧਾਰ ਤੇ ਹੈ, ਪ੍ਰਭੂ ਯਿਸੂ ਮਸੀਹ ਲਿਖਿਆ ਹੈ, ਉਹ ਮਖੌਲੀਆਂ ਦੀ ਜੁੰਡੀ 'ਚ ਬਹਿੰਦਾ ਹੀ ਨਹੀਂ ਸੀ। ਇੱਕ ਸੰਪੂਰਨ ਮਨੁੱਖ ਸੀ ਔਰ ਸੰਪੂਰਨ ਪਰਮੇਸ਼ਰ ਦਾ ਕੰਮ ਕਰ ਰਿਹਾ ਸੀ। ਔਰ ਇਹ ਚੀਜ਼ ਅਸੀਂ ਦੇਖਦੇ ਹਾਂ, ਕੁਝ ਵੀ ਉਸ ਨੂੰ ਉਸ ਰੱਬੀ ਮਕਸਦ ਤੋਂ ਲਾਂਭੇ ਨਾ ਕਰ ਸਕਿਆ। ਰੱਬੀ ਦਾ ਮਤਲਬ ਇੱਕ ਅੱਛਾ ਸਿੱਖਿਅਕ। ਕੋਈ ਵੀ ਉਸ ਨੂੰ ਜੋ ਸਵਾਲ ਪੁੱਛਦਾ ਸੀ, ਇੱਕ ਅੱਛੇ ਅਤੇ ਬਿਲਕੁਲ ਪ੍ਰਤੱਖ ਸਿੱਖਿਅਕ ਦੀ ਤਰ੍ਹਾਂ ਉਹ ਜਵਾਬ ਦਿੰਦਾ ਸੀ। ਕੋਈ ਵੀ ਉਸ ਨੂੰ ਉਸ ਦੇ ਮਕਸਦ ਤੋਂ ਅੱਡ ਨਾ ਕਰ ਸਕੇ। ਕਿੰਨੀ ਵੱਡੀ ਗੱਲ ਹੈ। ਆ 4 ਬੰਦੇ ਇਕੱਠੇ ਹੋ ਜਾਂਦੇ ਆ ਤਾਂ ਉਹ ਕਹਿੰਦੇ ਚਲੋ ਫਿਰ ਅੱਜ ਉਸ ਬੰਦੇ ਨੂੰ ਫੜੀਏ ਤੇ ਉਹਨੂੰ ਢਾਈਏ ਦਾ ਮਤਲਬ ਉਹਦੇ ਚਰਿੱਤਰ ਦੇ ਉੱਤੇ ਦਾਗ ਲਾਈਏ। ਤੇ ਯਹੂਦੀ ਅਤੇ ਫਰੀਸੀ ਸਮਾਜ ਕੀ ਕਰ ਰਿਹਾ ਸੀ? ਪ੍ਰਭੂ ਯਿਸੂ ਮਸੀਹ ਤੇ ਊਜ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਬਾਰ-ਬਾਰ ਉਹਨੂੰ ਥੱਲੇ ਲਾਉਣ ਦੇ ਲਈ ਯਤਨ ਕਰ ਰਿਹਾ ਸੀ। ਪਰ ਉਹ ਸੰਪੂਰਨ ਮਨੁੱਖ ਸੀ, ਪਵਿੱਤਰਤਾ ਦੇ ਨਾਲ ਭਰਪੂਰ ਸੀ। ਸੱਚਾਈ ਉਹਦੇ ਮਤਲਬ ਕਿ ਪੂਰੇ ਸਰੀਰ ਦੇ ਵਿੱਚ ਝਲਕਦੀ ਸੀ ਅਤੇ ਪਿਆਰ ਉਸ ਦੇ ਵਿੱਚ ਅਗਾਪੇ ਨਜ਼ਰ ਆਉਂਦਾ ਸੀ, ਜਿਹੜਾ ਕਦੇ ਖਤਮ ਹੋਣ ਵਾਲਾ ਨਹੀਂ। ਉਹ ਪਿਆਰ ਜਿਹੜਾ ਪਰਮੇਸ਼ਰ ਦਾ ਪਰਮ ਪਵਿੱਤਰ ਪਿਆਰ ਸੀ, ਉਹ ਨਜ਼ਰ ਆਉਂਦਾ ਸੀ। ਮੇਰੇ ਪਿਆਰੇ ਅਸੀਸ, ਦੂਸਰੀ ਗੱਲ, ਮਖੌਲੀਆਂ ਦੀ ਚੋਟੀ ਉੱਤੇ ਨਹੀਂ ਬਹਿੰਦਾ ਸੀ ਮੇਰਾ ਪ੍ਰਭੂ, ਔਰ ਉਹਦੇ ਬਾਰੇ ਲਿਖਿਆ ਕੋਈ ਵੀ ਉਹਨੂੰ ਲਾਂਭੇ ਨਾ ਕਰ ਸਕਿਆ। ਜਦ ਯਰਦਨ ਦੇ ਦਰਿਆ ਦੇ ਉੱਤੇ ਯਰਦਨ ਦੇ ਦਰਿਆ ਤੇ ਉਸਨੇ ਯਹੋਨਾ ਦੇ ਰਾਹੀਂ ਬਪਤਿਸਮਾ ਲਿਆ ਅਤੇ ਯਿਸੂ ਨੇ ਪਿਤਾ ਕੋਲੋਂ ਲੋਕਾਂ ਦੇ ਵਿਚਾਲੇ ਪ੍ਰਸ਼ੰਸਾ ਪ੍ਰਾਪਤ ਕੀਤੀ। ਕੀ ਪ੍ਰਸ਼ੰਸਾ ਪ੍ਰਾਪਤ ਕੀਤੀ? ਜਦੋਂ ਆਕਾਸ਼ ਖੁੱਲ ਗਿਆ ਤਾਂ ਇਹ ਆਵਾਜ਼ ਸੁਣਾਈ ਦਿੱਤੀ ਗਈ। ਮਤੀ ਦੀ ਅੰਜੀਲ 3:17 ਦੇ ਵਿੱਚ, ਇਹ ਮੇਰਾ ਪਿਆਰਾ ਪੁੱਤਰ ਹੈ, ਇਸ ਦੀ ਸੁਣ, ਜਿਸ ਤੋਂ ਮੈਂ ਪ੍ਰਸੰਨ। ਕਿ ਅੱਜ ਕੋਈ ਸਾਡੇ ਬਾਰੇ ਇਸ ਤਰ੍ਹਾਂ ਗਵਾਹੀ ਦਿੰਦਾ ਹੈ? ਕਿ ਸਾਡੇ ਜੀਵਨ ਦੇ ਬਾਰੇ ਇਸ ਤਰ੍ਹਾਂ ਦੀ ਕੋਈ ਗੱਲ ਕਹਿੰਦਾ? ਮੈਂ ਕਹਿੰਦਾ 4 ਬੰਦੇ ਖੜੇ ਹੋਣ ਤਾਂ ਉਹ ਹਮੇਸ਼ਾ ਦੋਸ਼ ਲਾਉਣ ਦੀ ਗੱਲ ਕਰਦੇ, ਹਮੇਸ਼ਾ ਉਸ ਨੂੰ ਘਰਾਉਣ ਦੀ ਗੱਲ ਕਰਦੇ। ਪਰ ਯਿਸੂ ਮਸੀਹ ਦੇ ਬਾਰੇ ਸਵਰਗ ਦਾ ਪਿਤਾ ਉਹ ਕਿਸੇ ਦੀ ਗੱਲ ਨਹੀਂ ਸੀ ਸੁਣਦਾ, ਉਹ ਸਿਰਫ ਪਿਤਾ ਦੀ ਗੱਲ ਸੁਣਦਾ ਸੀ। ਅਤੇ ਜੇ ਕੋਈ ਲੋਕ ਕਹਿੰਦੇ ਸੀ ਤਾਂ ਉਹਨਾਂ ਨੂੰ ਸਹੀ ਅਤੇ ਸਾਧਿਆ ਹੋਇਆ ਜਵਾਬ ਦਿੰਦਾ ਸੀ, ਜਿਸ ਦਾ ਕਿਸੇ ਕੋਲ ਕੋਈ ਉਜ਼ਰ ਨਹੀਂ ਸੀ ਹੁੰਦਾ। ਕਿੰਨਾ ਮਹਾਨ ਪਰਮੇਸ਼ਰ ਸੀ, ਜੋ ਅਸੀਂ ਜ਼ਬੂਰ 1:2 ਅਤੇ 3 ਵਿੱਚ ਵੇਖਦੇ। ਕੀ ਅੱਜ ਸਾਡੇ ਜੀਵਨ ਦੇ ਵਿੱਚ ਇਹੋ ਜਿਹੀ ਗੱਲ ਹੈ ਜਿਹਦੇ ਬਾਰੇ ਕੋਈ ਆਪਣਾ ਇਹ ਕਹਿ ਸਕੇ ਕਿ ਹਾਂ, ਇਹ ਸੱਚਮੁੱਚ ਪ੍ਰਭੂ ਯਿਸੂ ਮਸੀਹ ਦੇ ਸੱਚੇ ਭਗਤ ਹੈ? ਮੇਰੇ ਪਿਆਰੇ ਅਜ਼ੀਜ਼,
ਉਸ ਦੇ ਲਈ ਸਾਨੂੰ ਵਿਸ਼ਵਾਸ ਦਾ ਜੀਵਨ ਪ੍ਰਭੂ ਯਿਸੂ ਮਸੀਹ ਦੇ ਉੱਤੇ ਬਣਾ ਕੇ ਚੱਲਣ ਦੀ ਲੋੜ ਹੈ। ਦੋਸ਼ ਦੀ ਲੋੜ। ਫਿਰ ਅਸੀਂ ਦੇਖਦੇ ਹਾਂ ਉਸ ਦੀ ਪ੍ਰਸੰਨਤਾ ਪਰਮੇਸ਼ਰ ਦੀ ਸ਼ਰ੍ਹਾ ਵਿੱਚ ਸੀ। ਉਸ ਦੀ ਖੁਸ਼ੀ ਪਰਮੇਸ਼ਰ ਦੀ ਸ਼ਰ੍ਹਾ ਵਿੱਚ ਸੀ। ਅੱਜ ਪਰਮੇਸ਼ਰ ਦੇ ਵਚਨ ਦੀ ਗੱਲ ਕਰ ਲਓ ਤਾਂ ਕਹਿੰਦੇ ਫਟਾਫਟ ਕਰ ਲਓ ਜੀ, ਪ੍ਰਾਰਥਨਾ ਫਟਾਫਟ ਕਰ ਲਓ, ਵਚਨ ਫਟਾਫਟ ਪੜ੍ਹ ਲਓ, ਟਾਈਮ ਲਾਉਣਾ ਨਹੀਂ। ਅਗਰ ਸੰਗਤ ਦੇ ਵਿੱਚ ਆਏ ਤਾਂ ਘੜੀ ਵੱਲ ਨਿਗਾਹ ਜਾਂਦੀ ਰਹਿੰਦੀ ਹੈ, ਕਦੋਂ ਖਤਮ ਹੋਏਗਾ। ਆ ਪਾਦਰੀ ਸਾਹਿਬ ਅੱਜ 5 ਮਿੰਟ ਜ਼ਿਆਦਾ ਲੈ ਗਏ, ਆ ਭਾਜੀ ਨੇ ਅੱਜ ਟਾਈਮ ਇੰਨਾ ਜ਼ਿਆਦਾ ਲੈ ਲਿਆ। ਮੇਰੇ ਪਿਆਰੇ ਅਜ਼ੀਜ਼, ਪ੍ਰਭੂ ਯਿਸੂ ਮਸੀਹ ਦੀ ਹਮੇਸ਼ਾ ਖੁਸ਼ੀ ਪਰਮੇਸ਼ਰ ਦੇ ਵਚਨ ਦੀਆਂ ਗੱਲਾਂ ਦੇ ਨਾਲ ਹੁੰਦੀ ਸੀ। ਜਿਹੜੇ ਚੇਲੇ ਜਦੋਂ ਵਚਨ ਦੀਆਂ ਗੱਲਾਂ ਕਰਦੇ ਸੀ ਉਹ ਬੜਾ ਖੁਸ਼ ਹੁੰਦਾ ਸੀ ਅਤੇ ਉਹਨਾਂ ਨਾਲ ਸਵਰਗ ਦੇ ਰਾਜ ਦੇ ਭੇਤ ਪ੍ਰਗਟ ਕਰਦਾ ਹੁੰਦਾ ਸੀ। ਸਿੱਧੇ ਲੋਕਾਂ ਦੇ ਵਿੱਚ, ਪਬਲਿਕ ਦੇ ਵਿੱਚ ਉਹ ਦ੍ਰਿਸ਼ਟਾਂਤਾਂ 'ਚ ਗੱਲ ਕਰਦਾ ਸੀ, ਪਰ ਲੇਕਿਨ ਚੇਲਿਆਂ ਦੇ ਨਾਲ ਸਿੱਧੇ ਭੇਤ ਪ੍ਰਗਟ ਕਰਦਾ ਸੀ। ਕਿੰਨਾ ਮਹਾਨ ਹੈ ਪਰਮੇਸ਼ਰ, ਕਿੰਨਾ ਮਹਾਨ ਹੈ ਮੇਰਾ ਪ੍ਰਭੂ, ਜਿਹਨੇ ਇਸ ਧਰਤੀ ਦੇ ਵਿੱਚ ਇੱਕ ਸੰਪੂਰਨ ਮਨੁੱਖ ਹੋ ਕੇ ਇੱਕ ਪਾਪੀਆਂ ਤੋਂ ਵੱਖਰਾ, ਇੱਕ ਮਖੌਲੀਆਂ ਤੋਂ ਵੱਖਰਾ ਜੀਵਨ ਬਤੀਤ ਕੀਤਾ। ਅਸੀਂ ਵੀ ਆਪਣੇ ਜੀਵਨ, ਮੈਂ ਕਈ ਵਿਸ਼ਵਾਸੀਆਂ ਨੂੰ ਤਾਸ਼ ਦੀ ਗੱਡੀ ਲੈ ਕੇ ਉੱਥੇ 4 ਲੋਕਾਂ ਦੇ ਵਿੱਚ ਬੈਠੇ ਹੋਏ ਵੇਖਿਆ। ਮੈਂ ਸ਼ਰਾਬੀਆਂ ਦੇ ਝੁੰਡ ਦੇ ਵਿੱਚ ਕਈ ਵਿਸ਼ਵਾਸੀਆਂ ਨੂੰ ਉਸ ਜਗ੍ਹਾ ਦੇ ਉੱਤੇ ਬੈਠੇ ਦੇਖ। ਮੈਂ ਪੀਂਦਾ ਨਹੀਂ ਜੀ, ਮੈਂ ਇਹਨਾਂ ਕੋਲ ਬੈਠਾ ਹੁੰਦਾ। ਕਈ ਬੀੜੀ ਪੀਣ ਵਾਲੇ, ਸਿਗਰਟ ਪੀਣ ਵਾਲੇ ਲੋਕਾਂ ਦੇ ਵਿੱਚ ਮੈਂ ਮਸੀਹਾਂ ਨੂੰ ਵੀ ਦੇਖਿਆ ਹੈ, ਪੀਂਦੇ ਵੀ ਦੇਖਿਆ ਹੈ, ਸਿਗਰਟ ਪੀਂਦੇ ਵੀ ਦੇਖਿਆ ਹੈ, ਸ਼ਰਾਬ ਪੀਂਦੇ ਹੋਏ ਵੀ ਵੇਖਿਆ ਹੈ, ਗੰਦੀਆਂ ਫਿਲਮਾਂ ਦੇਖਦੇ ਵੀ ਵੇਖਿਆ ਹੈ। ਇਹ ਵਿਸ਼ਵਾਸ ਦਾ ਜੀਵਨ ਨਹੀਂ। ਪ੍ਰਭੂ ਯਿਸੂ ਮਸੀਹ ਹਮੇਸ਼ਾ ਪਿਤਾ ਨੂੰ ਪ੍ਰਸੰਨ ਕਰਨ ਦੇ ਵਿੱਚ ਲੱਗਾ ਰਹਿੰਦਾ ਸੀ, ਔਰ ਪਿਤਾ ਦੀ ਪ੍ਰਸੰਨਤਾ ਉਹਦੀ ਸ਼ਰ੍ਹਾ ਭਾਵ ਉਹਦੇ ਵਚਨ ਦੇ ਵਿੱਚ ਸੀ, ਔਰ ਪ੍ਰਭੂ ਦਾ ਚਿੱਤ ਹੀ ਉਹਦੇ ਤੇ ਲੱਗਾ ਹੁੰਦਾ ਸੀ। ਸਾਡਾ ਚਿੱਤ ਕਿਹਦੇ ਤੇ? ਅਸੀਂ ਇਸ ਚੀਜ਼ ਨੂੰ ਵੇਖਦੇ। ਫਿਰ ਕਹਿੰਦਾ ਹੈ ਜਦ ਉਜਾੜ ਵਿੱਚ ਸ਼ੈਤਾਨ ਦੇ ਦੁਆਰਾ ਪਰਤਾਇਆ ਗਿਆ ਤਦ ਯਿਸੂ ਨੇ ਜਵਾਬ ਦਿੱਤਾ, ਲਿਖਿਆ ਹੈ ਇਨਸਾਨ ਨਿਰਾ ਰੋਟੀ ਦੇ ਨਾਲ ਨਹੀਂ, ਪਰਮੇਸ਼ਰ ਦੇ ਹਰ ਇੱਕ ਉਸ ਵਾਕ ਦੇ ਨਾਲ ਜੋ ਉਸਦੇ ਮੁਖ ਤੋਂ ਨਿਕਲਦਾ ਹੈ ਉਸ ਤੋਂ ਜ਼ਿੰਦਾ ਰਹਿੰਦਾ ਹੈ। ਕਿੰਨੀ ਵੱਡੀ ਗੱਲ ਔਰ ਕਿੰਨਾ ਗਹਿਰਾ ਭੇਤ ਹੈ। ਤੁਸੀਂ ਜਦੋਂ ਵਚਨ ਨੂੰ ਪੜ੍ਹਨਾ ਸ਼ੁਰੂ ਕਰ ਦਿਓ, ਉਸ ਤੋਂ ਪਰਮੇਸ਼ਰ ਦੇ ਨਾਲ ਬੈਠ ਕੇ ਸਿੱਖਣਾ ਸ਼ੁਰੂ ਕਰ ਦਿਓ, ਤੁਹਾਨੂੰ ਪਤਾ ਨਹੀਂ ਲੱਗੇਗਾ ਟਾਈਮ ਕਿੰਨਾ ਬੀਤ ਗਿਆ। ਔਰ ਅੱਗੇ ਤੇ ਅੱਗੇ ਇੱਕ ਆਪਣਾ ਤੁਹਾਨੂੰ ਜਿਹੜੀ ਹੈ ਸੀਰਤ ਨਜ਼ਰ ਆਉਂਦੀ ਜਾਏਗੀ। ਕਾਹਦੀ? ਪਰਮੇਸ਼ਰ ਦੇ ਵਚਨ ਦੀ। ਔਰ ਪਰਮੇਸ਼ਰ ਪੁੱਤਰ ਵੀ ਇਸੇ ਤਰ੍ਹਾਂ ਸੀ, ਉਹ ਹਮੇਸ਼ਾ ਪਿਤਾ ਦੇ ਨਾਲ ਲਵਲੀਨ ਰਹਿਣ ਦਾ ਮੌਕਾ ਭਾਲਦਾ ਸੀ ਇਸ ਧਰਤੀ ਤੇ ਹੁੰਦਿਆਂ ਵੀ। ਭੀੜ ਤੋਂ ਹਟ ਕੇ ਵੀ ਉਹ ਆਪਣਾ ਵਚਨ ਦੀ ਸੰਗਤ ਦੇ ਨਾਲ ਹਟ ਕੇ ਵੀ ਆਪਣਾ ਪਰਮੇਸ਼ਰ ਦੇ ਨਾਲ ਹਮੇਸ਼ਾ ਸੰਗਤ ਦੇ ਲਈ ਲਵਲੀਨ ਰਹਿੰਦਾ ਸੀ। ਇਸ ਲਈ ਅਸੀਂ ਜਦੋਂ ਮਤੀ 4:4 ਦੇ ਵਿੱਚ ਦੇਖਦੇ ਹਾਂ, ਪ੍ਰਭੂ ਦਾ ਬੜਾ ਸਟਿਕ ਇਸ ਸੰਸਾਰ ਦੇ ਸਰਦਾਰ ਨੂੰ, ਇਸ ਸੰਸਾਰ ਦੇ ਈਸ਼ਵਰ ਨੂੰ ਬੜਾ ਸਟ੍ਰਿਕਟ ਆਨਸਰ ਦਿੱਤਾ ਗਿਆ। ਮਨੁੱਖ ਨਿਰਾ ਰੋਟੀ ਦੇ ਨਾਲ ਨਹੀਂ, ਪਰਮੇਸ਼ਰ ਦੇ ਹਰ ਇੱਕ ਉਸ ਸ਼ਬਦ ਦੇ ਨਾਲ ਜੋ ਉਸਦੇ ਮੁਖ ਤੋਂ ਨਿਕਲਦਾ ਹੈ ਉਸ ਤੋਂ ਜਿਉਂਦਾ ਰਹੇਗਾ। ਕੀ ਅਸੀਂ ਪਰਮੇਸ਼ਰ ਦੇ ਵਚਨ ਨੂੰ ਪਿਆਰ ਕਰਦੇ ਹਾਂ? ਕੀ ਅਸੀਂ ਇਹ ਕਹਿ ਸਕਦੇ ਹਾਂ ਕਿ ਮੈਂ ਤੇਰੇ ਫਰਮਾਨਾਂ ਵਿੱਚ ਲੀਨ ਹੋਵਾਂਗਾ ਅਤੇ ਤੇਰੇ ਰਾਹਾਂ ਉੱਤੇ ਚੱਲਾਂਗਾ ਅਤੇ ਮੈਂ ਉਸ ਤੇ ਗੌਰ ਕਰਾਂਗਾ, ਮੈਂ ਤੇਰੀਆਂ ਵਿਧੀਆਂ ਵਿੱਚ ਮਗਨ ਰਹਾਂਗਾ, ਮੈਂ ਤੇਰੇ ਵਚਨ ਨੂੰ ਨਹੀਂ ਵਿਸਾਰਾਂਗਾ। ਜ਼ਬੂਰ 119 ਉਸ ਦਾ 15-16 ਦੇ ਵਿੱਚ ਇਹ ਲਿਖਿਆ ਹੈ। ਮੈਂ ਇਸ ਗੱਲ ਨੂੰ ਕਹਿ ਸਕਦਾ। ਭਜਨਕਾਰ ਕਹਿੰਦਾ ਹੈ ਤੇਰੀ ਸ਼ਰ੍ਹਾ ਤੋਂ ਮੈਂ ਪ੍ਰਸੰਨ ਹੁੰਦਾ ਹਾਂ ਕਿਉਂਕਿ ਉਸ ਦੇ ਵਿੱਚ ਜੀਵਨ ਹੈ। 119 ਜ਼ਬੂਰ 'ਚ। ਔਰ ਪਰਮੇਸ਼ਰ ਪੁੱਤਰ ਨੂੰ ਉਹਦੇ ਵਚਨ ਤੋਂ ਖੁਸ਼ੀ ਹੁੰਦੀ ਸੀ।
क्योंकि इत्थे 2 दे विच लिखिया पर वो यहोवा दी शरह तो खुश रहिंदा सी अते उस दी शरह ते दिन रात ध्यान करदा सी। ओ पापियां दे राह ते खड़ा नहीं रहिंदा सी, ना ठट्ठा करन वालियां दी मुंडली विच। तिन्ने ही गल्लां हैगियां और तिन्ने चरित्र उहदे विच पाए गए। पहला चरित्र पवित्रता, दूसरा चरित्र सच्चाई का, तीसरा चरित्र प्यार का, जिहड़ा पिता दे नाल मेल कराउंदा है। कितना अद्भुत है मेरा प्रभु जिसने इस वचन दे विच मैनू उस तस्वीर दे प्रति खड़ा कर दिता जिथे मैनू प्रभु ने अज ये सबजैक्ट दिता सी, पवित्रता अते सच्चाई अते प्यार दे सुभाव विच विश्वासी दा भरपूर होना। वो कहदे विच प्रभु यसू मसीह। और आखिरी गल दे विच मैं आप दे नाल जावांगा। भजनकार अगे चल के रुख दे बारे गल करदा है। किस रुख दे बारे गल करदा है? जिहड़ा फल पैदा करदा है अते जिस दी गवाही पत्ते हरे अते ताजे होके दिंदे हन। वंडरफुल, अद्भुत दृश्य। विश्वासी दा करैक्टर्स उस दरख्त की तरह जिहड़ा पानी दे कंढे भाव वचन दे नाल भरपूरी दे विच लग्या होया है, जिस दी गवाही उहदे लह लहाउंदे होए पत्ते अते उसदे फल जिहड़े पवित्रता अते सच्चाई अते जिहड़े प्यार दे नाल प्रगट हुंदे। हर कोई उसनूं चाहुंदा है। मेरे प्यारे अजीज, जिहड़ा नदी दी गहराई तो ताकत हासिल करता है अते प्रभु साडी संपूर्णता दा उदाहरण है, उसने हमेशा परमेश्वर नूं वडियाई दिती। ओ सच्ची दाखलता भी है अते असी टाहणियां हां ਜਿਹੜੀਆਂ उस विच बने रह के फल दिंदियां हन। यूहन्ना 15:5। मुबारक है वो आदमी जिहड़ा दुष्टां दी युक्ति दे उत्ते, दुष्टां दी मत उत्ते नहीं चलदा अते ना पापियां दे राह ते खड़ा हुंदा है अते ना मखोलियां दी जुंडी विच बहिंदा है। 3 गल्लां प्रभु यसू मसीह दे चरित्र दे बारे दसियां और इहो चरित्र विश्वासी दे जीवन विच मेरा प्रभु चाहुंदा है होवे कि ये 3 गल्लां जो परमेश्वर दे चरित्र नूं भजनकार जबूर 1 अते 2 आयतां दे विच प्रगट कर रहा है कि मैं अपने जीवन दे विच इस वचन दे नाल जो प्रभु दा सी, जो संपूर्णता दे नाल इस धरती ते आया अते संपूर्णता दे नाल वो पापियां दी मत दे उत्ते नहीं चलिया, वो पापियां दे राह दे विच खड़ा नहीं होया, वो मखौलियां दी जुंडी विच नहीं बैठिया। बाइबल साफ इसका फरमान करती है। अंत गल कह के मैं समाप्ति वाल जाऊँ। जबूर हमेशा ही परमेश्वर दे लोकां लई तसल्ली दा कारण रहा है। जिमें जिमें इनू असी पढ़ते जावांगे बहुत तसल्ली। अक्सर कलीसियावां दे विच असी जबूरां नूं पढ़दे होए अते उसका खुलासा करते हुए पाए जाते हैं। कितनी अद्भुत गल है। और दाऊद बादशाह अते होर जो परमेश्वर दे भगत होए जिन्हां दे जबूर असी इस विच वेखदे हां, जबूरां दी किताब दे विच वेखदे हां। ओ प्रार्थनावां दे गीत, ओ अपना सहायता दे गीत, ओ रखिया दे गीत सानू इस विच नज़र आउंदे हैं। किन्ने अद्भुत है और हमेशा साडे जीवन दे लई ओ सिक्ख्या दिंदे हैं। जबूर 1 दियां इन्हां आयतां विच असी प्रभु यसू दी मुबारक मनुख वजों तस्वीर नूं वेखदे हां ते एक विश्वासी दी तस्वीर नूं भी जिहड़ा परमेश्वर दीआं राहां उत्ते चलदा अते उस दे वचन विच प्रसन्न हुंदा है असी इत्थे वेख सकदे हां। इत्थे असी वो तस्वीर भी पाउंदे हां जो छुटकारा पाए हुए इसराइल दे भविख विच होवेगी। मेरी लाई हुई
नंगा मेरे हत्थां दा काम मैं सजाया जावांगा। ਇਹਦਾ मतलब ਬਾਈਬਲ ਦੇ ਵਿੱਚ ਲਿਖਿਆ ਹੈ ਜਿਹੜੇ ਵਸਤਰ ਹੈ, ਜਿਹੜੇ ਸ਼ਿੰਗਾਰ ਦੇ ਉਹਦੇ ਗਹਿਣੇ ਆ, ਉਹ ਬਾਈਬਲ ਦੇ ਵਿੱਚ ਪ੍ਰਕਾਸ਼ ਦੀ ਪੋਥੀ ਦੇ ਵਿੱਚ ਲਿਖਿਆ ਹੈ। ਉਹ ਉਹਦੇ ਕੰਮ ਹੈ ਜਿਹੜੇ ਉੱਥੇ ਪ੍ਰਗਟ ਹੋਣਗੇ। ਮੇਰੇ ਪਿਆਰੇ ਅਸੀਸ, ਇਹ ਜ਼ਬੂਰ 1 ਦੇ ਵਿੱਚ ਇਹ ਸਾਰੀਆਂ ਗੱਲਾਂ ਜੋ ਮੇਰੇ ਪ੍ਰਭੂ ਦੇ ਜੀਵਨ ਦੇ ਬਾਰੇ ਪ੍ਰਗਟ ਕਰਦੀਆਂ। ਅੱਜ ਪ੍ਰਭੂ ਦਾ ਵਚਨ ਕਹਿੰਦਾ ਹੈ, ਇੱਕ ਵਿਸ਼ਵਾਸੀ ਜਿਸ ਨੇ ਇਹ ਸਵੀਕਾਰ ਕੀਤਾ ਹੈ ਕਿ ਪ੍ਰਭੂ ਯਿਸੂ ਮਸੀਹ ਮੇਰੇ ਲਈ ਮਾਰਿਆ ਗਿਆ, ਗੱਡਿਆ ਗਿਆ ਤੇ ਤੀਸਰੇ ਦਿਨ ਜੀ ਉੱਠਿਆ ਮੇਰੇ ਪਾਪੀ ਦੇ ਲਈ, ਉਸ ਵਿੱਚ ਇਹ 3 ਗੱਲਾਂ, ਇਹ 3 ਸੁਭਾਅ ਦੀਆਂ ਗੱਲਾਂ ਉਸ ਦੇ ਵਿੱਚ ਪ੍ਰਗਟ ਹੋਣੀਆਂ, ਤਾਂ ਕਿ ਲੋਕ ਜਾਣਨ ਕਿ ਯਿਸੂ ਮਸੀਹ ਦੇ ਚੇਲੇ। ਅਸੀਂ ਗੀਤ ਵੀ ਗਾਉਂਦੇ ਹੁੰਦੇ, हम यीशु मसीह के चेले हैं, उपदेश से उनको जगा देंगे, जो गाफिल नींद में सोते हैं, उपदेश से उनको जगा देंगे। हम यीशु मसीह के चेले हैं। ਅਸੀਂ ਜੇ ਚੇਲੇ ਹਾਂ ਤਾਂ ਸਾਡੇ ਵਿੱਚ ਪ੍ਰਭੂ ਯਿਸੂ ਮਸੀਹ ਦੀ ਪਵਿੱਤਰਤਾ, ਪ੍ਰਭੂ ਯਿਸੂ ਮਸੀਹ ਦੀ ਸੱਚਾਈ ਅਤੇ ਪ੍ਰਭੂ ਯਿਸੂ ਮਸੀਹ ਦਾ ਪ੍ਰੇਮ ਜੋ ਕਾਲਵਰੀ ਕਰੂਸ ਦੇ ਉੱਤੇ ਪਰਮੇਸ਼ਰ ਦੇ ਪ੍ਰੇਮ ਨਾਲ ਪ੍ਰਗਟ ਕੀਤਾ ਗਿਆ ਹੈ, ਉਹ ਸਾਡੇ ਵਿੱਚ ਵੀ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਭਜਨਕਾਰ 1 ਦਾ 1 ਅਤੇ 2 ਦੇ ਵਿੱਚ ਪ੍ਰਗਟ ਕਰਦਾ ਹੈ। ਪ੍ਰਭੂ ਸਾਨੂੰ ਇਸ ਵਚਨ ਦੇ ਅਨੁਸਾਰ ਆਪਣੇ ਜੀਵਨ ਨੂੰ, ਜਦ ਤੱਕ ਮੇਰਾ ਪ੍ਰਭੂ ਆ ਨਹੀਂ ਜਾਂਦਾ, ਉਸ ਨੂੰ ਪਵਿੱਤਰਤਾ ਦੇ ਨਾਲ, ਸੱਚਾਈ ਦੇ ਨਾਲ, ਪ੍ਰੇਮ ਦੇ ਨਾਲ ਬਤੀਤ ਕਰਨ ਦੇ ਲਈ ਸਾਡੀ ਸਭਨਾਂ ਦੀ ਮਦਦ ਕਰੇ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ। ਜੈ ਮਸੀਹ।